your class of communication skills. ठीक है. Now you have to understand in your previous classes also you have understood communication skills. पहला भी तुसी कितना सीगा. ठीक है. ਉਹਦੇ ਵਿੱਚ ਤੁਹਾਨੂੰ ਕੀ ਦੱਸਿਆ ਸੀਗਾ. What are communication skills? How you have to communicate whenever you are in a group or somewhere. ठीक है. In your previous classes तुसी पिछले साल communication skills ਦਾ ਹੀ ਸਿੱਖਿਆ ਸੀਗਾ. Now we have to advance a further. ठीक है. This topic is about, your first chapter is about reading text of different genres and varying length. ਜਦੋਂ whenever you are reading any text, what type of text you are reading ਤੇ ਉੱਥੇ length ਕਿਹੋ ਜਿਹੀ ਹੁੰਦੀ ਹੈ. Whatever text you are reading. For example, you are reading a story, you are reading a poetry, ਕੋਈ ਵੀ ਚੀਜ਼, ਠੀਕ ਹੈ, ਉਹਦੀ length vary ਹੁੰਦੀ ਹੈ. First thing is, what is this word? ਇਹ ਕੀ ਹੈਗਾ? ਹਾਂਜੀ, any idea? Any idea? The impact of genre on the structure of text. What is this genre word? ਕਦੀ ਪੜਿਆ ਹੋਵੇ ਤੁਸੀਂ ਪਹਿਲਾਂ? ਹਾਂਜੀ. This means category or class. ਕਿਸੇ ਵੀ ਚੀਜ਼ ਦੀ ਕੈਟਾਗਰੀ ਜਾਂ ਕਲਾਸ ਕਿਸੇ ਵੀ ਸਟਰਕਚਰ ਆਫ ਟੈਕਸਟ ਦੇ ਉੱਤੇ ਕੀ ਅਸਰ ਦਿਖਾਉਂਦੀ ਹੈ. ਠੀਕ ਹੈ. ਇਹਦੇ ਵਿੱਚ ਕੀ ਇਹਨਾਂ ਨੇ ਦੱਸਿਆ ਹੈਗਾ, ਸਟਰਕਚਰ ਆਫ ਟੈਕਸਟ ਕਿਸ ਤਰ੍ਹਾਂ ਮੋਡੀਫਾਈ ਹੁੰਦਾ ਹੈ, ਕਿਸ ਤਰ੍ਹਾਂ ਬਣਦਾ ਹੈ, ਉਹਦੀ ਇੰਪੋਰਟੈਂਸ ਕੀ ਹੁੰਦੀ ਹੈ. ਆਲ ਦਿਸ ਦੇ ਹੈਵ ਸ਼ੋਨ ਹੀਅਰ. ਨਾਓ ਵਾਟ ਇਜ਼ ਦ ਇੰਪੋਰਟੈਂਸ? ਸਭ ਤੋਂ ਪਹਿਲਾ ਚੀਜ਼ ਹੈਗੀ, ਜਦੋਂ ਤੁਸੀਂ ਕੋਈ ਰਾਈਟਿੰਗ ਕਰ ਰਹੇ ਹੋ, ਰੀਡਿੰਗ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ, ਉਹਦੇ ਵਿੱਚ ਇਸ ਚੀਜ਼ ਦੀ ਜਿਨ੍ਹਾਂ ਦੀ ਕੀ ਹੁੰਦੀ ਹੈ. ਵੈਨੇਵਰ ਯੂ ਆਰ ਰਾਈਟਿੰਗ ਐਨ ਐਕੈਡੈਮਿਕ ਰਾਈਟਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਰਾਈਟਿੰਗ ਨੂੰ ਸਟਰਕਚਰ ਕਰ ਰਹੇ ਹੋ, ਅਰੇਂਜਮੈਂਟ ਆਫ ਪੈਰਾਗ੍ਰਾਫ ਤੁਸੀਂ ਕਿਸ ਤਰ੍ਹਾਂ ਅਰੇਂਜ ਕਰ ਰਹੇ ਹੋ, ਹਾਊ ਆਰ ਯੂ ਅਰੇਂਜਿੰਗ ਯੋਰ ਪੈਰਾਗ੍ਰਾਫਸ ਇਨ ਯੋਰ ਰਾਈਟਿੰਗ ਕੋਰਸਿਸ. ਉਹਦੇ ਵਿੱਚ ਟੈਕਸਟ ਦਾ ਕਨਫਰਮੇਸ਼ਨ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਰਾਈਟਿੰਗ ਕੰਟੈਕਸਟ ਨੇ, ਤੁਸੀਂ ਕਿਸ ਤਰ੍ਹਾਂ ਉਹਨੂੰ ਰਾਈਟ ਅਪ ਕਰਨਾ ਹੈ, ਤੁਹਾਡੀ ਲੈਂਥ ਕਿੰਨੀ ਹੋਣੀ ਚਾਹੀਦੀ. ਇਹ ਨਹੀਂ ਕਿ ਬੇਹਿਸਾਬ ਹੀ ਲਿਖੀ ਜਾਓ ਕਿਸੇ ਵੀ ਤਰ੍ਹਾਂ ਦੇ. ਵੈਨੇਵਰ ਬਿਕੋਜ਼ ਯੂ ਆਰ ਯੂਨੀਵਰਸਿਟੀ ਸਟੂਡੈਂਟਸ, ਸੋ ਯੂ ਸ਼ੁੱਡ ਨੋ ਕਿ ਵੈਨੇਵਰ ਯੂ ਆਰ ਡੂਇੰਗ ਅ ਰਾਈਟ ਅਪ, ਸੋ ਵਾਟ ਇਜ਼ ਦ ਲੈਂਥ ਆਫ ਦੈਟ. ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਇੰਪੋਰਟੈਂਸ, ਦ ਇੰਪੈਕਟ ਆਫ genre ਔਨ ਦ ਸਟਰਕਚਰ ਆਫ ਟੈਕਸਟ. ਇਹਦੀ ਕੀ ਇੰਪੋਰਟੈਂਸ ਹੁੰਦੀ ਹੈ? ਇਹਦੇ ਵਿੱਚ ਆਪਾਂ ਕਈ ਚੀਜ਼ਾਂ ਨੂੰ ਫੋਰਟੈਲ ਕਰਦੇ ਹਾਂ, ਦੱਸਦੇ ਆ ਕਿ ਇਹ ਚੀਜ਼ ਹੋ ਸਕਦੀ ਹੈ, ਉਹ ਚੀਜ਼ ਹੋ ਸਕਦੀ ਹੈ. ਇਸ ਲਈ ਕਹਿ ਰਹੇ ਆ ਇਟ ਇਜ਼ ਨਾਟ ਨੈਸੈਸਰੀ ਟੂ ਡਿਫਾਈਨ ਆਲ ਜਨਰਸ ਬਿਕੋਜ਼ ਇਟ ਇਜ਼ ਰੇਅਰਲੀ ਫੋਲੋਡ ਬਾਈ ਇੰਪੋਰਟੈਂਸ. ਇਹਦੇ ਵਿੱਚ ਆਰਗੂਮੈਂਟਿਵ ਵੀ ਹੁੰਦੀ, ਇੰਪੋਰਟੈਂਸ ਵੀ ਹੁੰਦੀ ਹੈ. ਠੀਕ ਹੈ. ਜਿਸ ਤਰ੍ਹਾਂ ਕਿਸੇ ਵੀ ਪੈਰਾਗ੍ਰਾਫ ਨੂੰ ਸਟਰਕਚਰ ਕਰ ਰਹੇ ਹੋ, the process being explained, it is an argument that is likely in each paragraph or section will relate to the premise of an argument. If it is a process being comparison is being made, it is possible that each paragraph or section may be describing one or other things. ठीक है ना. Because कोई भी structure of a paragraph serial order से चलता है. Whenever you are doing any type of paragraph, whenever you are doing any type of reading, that will be in serial order, structured. So that is what it is, the importance of a structure. ਐ ਨਹੀਂ ਕਿ ਇੱਕ ਲਾਈਨ ਤੁਸੀਂ ਇੱਧਰੋਂ ਕਰ ਲਈ ਇੰਟਰੋਡਕਸ਼ਨ, ਉਹਦੇ ਬਾਅਦ ਆਪਾਂ ਕਹੇ ਜੀ ਲਾਸਟ ਕਰ ਲਈਏ ਫਿਰ ਆਪਾਂ ਵਿੱਚੋਂ ਆ ਜਾਈਏ. ਨੋ, ਇਟ ਹੈਜ਼ ਟੂ ਬੀ ਸਟਰਕਚਰਡ ਇਨ ਅ ਸੀਰੀਅਲ ਆਰਡਰ ਐਂਡ ਵੇਰੀਡ ਅਕੋਰਡਿੰਗਲੀ. ਉਹਦੀ ਵੇਰੀਏਸ਼ਨਸ, ਕਿੱਥੇ ਤੁਸੀਂ ਇੰਟੋਨੇਸ਼ਨ ਕਰਨੀ ਹੈ, ਕਿੱਥੇ ਤੁਹਾਡਾ ਫॉल ਹੋਣਾ ਚਾਹੀਦਾ. ਠੀਕ ਹੈ. ਜਿਸ ਤਰ੍ਹਾਂ ਇਹ ਕਹਿ ਰਹੇ ਆ, ਜਿਸ ਤਰ੍ਹਾਂ ਇਹ ਰਾਈਟਰ ਕਹਿ ਰਿਹਾ ਫॉर ਮਾਡਰਨ ਟੈਕਸਟ ਸ਼ੋਰ ਨੇ 2016 ਚ ਕੀ ਐਡਵੋਕੇਟ ਕੀਤਾ ਹੈ ਕਿ ਸਟਾਰਟਿੰਗ ਵਿਦ ਕਨਕਲੂਜਨ ਬੀਇੰਗ ਲੋਕੇਟਿੰਗ ਫॉर ਥੀਸਿਸ ਯੂਜ਼ਡ ਇਨ foreshadowing the points. ਜਦੋਂ ਕੋਈ ਪਰਸਨ ਆਪਣਾ ਰਾਈਟ ਅਪ ਕਰਦਾ ਹੈ, ਥੀਸਿਸ ਬਣਾਉਂਦਾ ਹੈ, ਕੋਈ ਰਿਸਰਚ ਮੈਥੋਡੋਲੋਜੀ ਕਰਦਾ ਹੈ, ਉੱਥੇ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ. ਥੀਸਿਸ ਹੁੰਦਾ whatever ਰਿਸਰਚ ਮੈਥੋਡੋਲੋਜੀ. ਫॉर ਐਗਜ਼ਾਮਪਲ ਯੂ ਹੈਵ ਚੋਜ਼ਨ ਅ ਟੌਪਿਕ. ਠੀਕ ਹੈ ਨਾ. PhD ਚ ਮੋਸਟਲੀ ਥੀਸਿਸ ਹੁੰਦੀ, ਪੀਪਲ ਹੂ ਆਰ ਡੂਇੰਗ PhD. ਤੁਹਾਨੂੰ ਟੌਪਿਕ ਦੇਤਾ ਫॉर ਐਗਜ਼ਾਮਪਲ ਸਟੱਡੀ ਔਨ ਤਾਜ ਮਹਿਲ, ਜਸਟ ਫॉर ਐਗਜ਼ਾਮਪਲ. ਤੁਸੀਂ ਉਸ ਜਗ੍ਹਾ ਜਾਓਗੇ, ਉੱਥੇ ਰਿਸਰਚ ਕਰੋਗੇ, ਉੱਥੋਂ ਟੂਲਸ ਇੰਪਲੀਮੈਂਟਸ ਇਕੱਠੇ ਕਰੋਗੇ, ਲੋਕਾਂ ਨੂੰ ਪੁੱਛੋਗੇ, ਪੂਰੀ ਉਹਦੀ ਜਾਣਕਾਰੀ ਲੋਗੇ, ਫਿਰ ਆਪਣੀ ਥੀਸਿਸ ਬਣਾਓਗੇ, ਆਪਣਾ ਰਾਈਟ ਅਪ ਬਣਾਓਗੇ. ਉਹ ਪੂਰੀ ਬੁੱਕ ਪਬਲਿਸ਼ ਹੁੰਦੀ ਹੈ. ਠੀਕ ਹੈ. ਰਿਸਰਚ ਮੈਥੋਡੋਲੋਜੀ, ਥੀਸਿਸ, ਐਵਰੀਥਿੰਗ. ਯੂ ਵਿਲ ਗੋ ਇਨ ਦ ਡੈਪਥ ਆਫ ਥਿੰਗਸ ਟੂ ਫਾਈਂਡ ਆਊਟ ਅਬਾਊਟ ਅ ਸਰਟਨ ਥਿੰਗ ਵਿਚ ਯੂ ਹੈਵ ਟੂ ਸਟੱਡੀ. ਠੀਕ ਹੈ. ਹੁਣ ਇਹਦੇ ਵਿੱਚ ਕੀ ਕਹਿ ਰਿਹਾ, ਲੋਕੇਟਿੰਗ ਦ ਥੀਸਿਸ ਯੂਜ਼ਿੰਗ foreshadowing of points. What is foreshadowing? Indicate करना, tell करना, foretell.
ਪਹਿਲਾਂ ਤੋਂ ਹੀ ਸਾਨੂੰ ਇੰਡੀਕੇਸ਼ਨ, ਅੱਛਾ ਹੁਣ ਇਹਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਾਜ ਮਹਿਲ ਨੂੰ ਸ਼ਾਹਜਹਾਂ ਨੇ ਬਣਾਇਆ, ਪਰ ਉਹਦੀ ਡੈਪਥ 'ਚ ਜਾਣਾ, ਕਿਉਂ, ਕੀ ਸੀਗਾ, ਉਹਦਾ ਪੂਰੇ ਇਵੈਂਟਸ ਕਿਸ ਤਰ੍ਹਾਂ ਹੋਇਆ, ਸੋ ਦੈਟ ਇਜ਼ ਕਿ ਪੂਰਾ ਤੁਸੀਂ ਇੰਡੀਕੇਟ ਕਰਨਾ, ਪੂਰਾ ਤੁਸੀਂ ਫੋਰ ਸ਼ੈਡੋ ਕਰਨਾ ਦ ਪੁਆਇੰਟਸ ਇਨ ਦ ਇੰਟਰੋਡਕਸ਼ਨ ਐਂਡ ਟੇਬਲ ਆਫ कंटेंट्स और section headers to locate the important sections and finally the important sections, that is example of aggressive strategy in a book. कोई भी book कितने important sections ने, table of contents कितने ने, ਉਹ ਸਾਰਾ ਕੁਝ ਤੁਹਾਨੂੰ ਪਹਿਲਾਂ ਤੋਂ ਹੀ ਸਾਰਾ ਕੁਝ ਕਿਸੇ ਵੀ ਬੁੱਕ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਨਾ। ਉਹਦੇ ਨਾਲ ਕੀ ਹੁੰਦੀ ਹੈ, ਤੁਹਾਡੀ ਇੱਕ ਸਟ੍ਰੈਟਜੀ ਬਣਦੀ ਹਾਊ ਟੂ ਰੀਡ ਥਰੂ ਅ ਬੁੱਕ। ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਥੀਸਿਸ ਦਾ ਐਗਜ਼ਾਮਪਲ ਵੀ ਦਿੱਤਾ, ਠੀਕ ਹੈ ਨਾ। ਵੈਨਐਵਰ ਯੂ ਆਰ ਡੂਇੰਗ ਯੂਰ ਰੀਡਿੰਗ, ਵੈਨਐਵਰ ਯੂ ਆਰ ਡੂਇੰਗ ਡਿਫਰੈਂਟ ਟਾਈਪ ਆਫ ਕੰਟੈਕਸਟ, ਫॉर एग्जाम्पल पोइट्री कर रहे हो, फॉर एग्जाम्पल स्टोरी पढ़ रहे हो, फॉर एग्जाम्पल फोकलोर पढ़ रहे हो। व्हाट इज फोकलोर? दंत कथाएं, एक राजा था एक रानी थी, ऑल दैट, ठीक है ना। फोकलोर, FORKLOR, फोकलोर। whenever वो आगे आएगा तो 10 दिन है, ठीक है ना। so whenever you are doing all those types of things, what will happen, you will doing be in a series of contents। ਐਨੀ कि suppose करो तुसी कोई folk tale पढ़ रहे हो, folklore पढ़ रहे हो कि राजा रानी खत्म हो गए, वो तो एंडिंग होगी, पिछला कितने गया, तुसी कहोगे मैडम पिछला कितने गया, तो एंडिंग होगी। ਆਪਾਂ ਸ਼ੁਰੂ ਤੋਂ ਕਰਾਂਗੇ ਟੇਬਲ ਆਫ ਕੰਟੈਂਟਸ, ਇੰਟਰੋਡਕਸ਼ਨ, ਕਿੱਥੋਂ ਰਾਜਾ ਦਾ ਮਹਿਲ ਸ਼ੁਰੂ ਹੋਇਆ, ਕੀ ਹੋਇਆ, एवरीथिंग इन अ स्ट्रैटेजिक एंड सीरियल ऑर्डर, ठीक है। समझ आई? वही चीज़ है कि अंडरस्टैंडिंग द जेनर ऑफ टेक्स्ट कि किस तरह आप किसी चीज़ को स्ट्रक्चर करना है। नैक्सट इज नरेटिव्स। जदों आप कोई चीज़ नरेट करते, वट इज़ नरेशन? नरेट करना, सपोज यू हैव रेड समथिंग एंड यू आर नरेटिंग इट, जिस तरह मैं तुहानू एक्सप्लेन कर रही हूँ, नरेट करना। सो नरेटिव्स may be unique that they are structured chronologically। Always remember, whenever you are doing a narration, it has to be chronologically, serial order, 1 2 3 4 1st 2nd 3rd 4th। ਐ ਨਹੀਂ ਕਿ ਆਪਾਂ ਕहें ਕਿ ਹਾਂਜੀ ਇਹ ਚੀਜ਼ ਪਹਿਲਾਂ ਹੋਈ ਸੀ, ਉਹਦੇ ਬਾਅਦ 8th ਨੰਬਰ, ਉਹਦੇ ਬਾਅਦ 5th ਨੰਬਰ, नो, serial order chronologically, ठीक है, chronologically rather than according to the author's point। as a result they may be more difficult, relevant information within the location of the information may be unpredictable, ठीक है ना। कभी कभी होंदा अनप्रडिक्टेबल भी हो जाता है। सानू पता होना चाहिए कित्थे लोकेशन हैगी, कित्थे यह चीज़ हुई सी, कित्थे वो चीज़ हुई सी, आपां किस तरह उस चीज़ नू प्रेजेंट टाइम नाल रिलेट भी कर सकते। कई बार यह होंदा है कि वी हैव टू, तुहानू कोई इहो जिहा टॉपिक आ जाता है कि यू हैव टू रिलेट दैट इवेंट विद योर प्रेजेंट टाइम। सो यू विल बी डूइंग द पास्ट टेंस अकॉर्डिंगली द प्रेजेंट टेंस, कि उस टाइम ते ऐ सीगा एंड कंपेयर करोगे तुसी अज दे टाइम नाल, तो वो चीज़ मैच होंदी है कि नहीं, दैट यू हैव टू सी, ठीक है। नेक्स्ट इज एज अ रिजल्ट दैट may be more difficult to locate relevant information within the location of that information unpredictable। Caution may be applied। Narratives may be less common in academic setting and non-narratives, that is because narratives are category not used। कई बारी academics च ਇਹ चीज़ भी होती है कि नरेशन जी हो रही है वो सीरियल ऑर्डर च नहीं हो रही, बट यू हैव टू डू इट इन अ स्ट्रक्चर्ड सीरियल ऑर्डर सो दैट फॉर योर ओन बैटर अंडरस्टैंडिंग। हम फॉर एग्जाम्पल मैं फर्स्ट चैप्टर तो शुरू किया, इतों एग्जाम्पल लै लो, मैं कहा नहीं फर्स्ट चैप्टर इन्ना खास नहीं, 14 चैप्टर अच्छा है, 14 मैं उत्थों शुरू कराना, तो की कंप्लेंट होएगी कि सीरियल ऑर्डर च कराया ही नहीं, ठीक है ना। वी हैव टू स्टार्ट विद द इंट्रोडक्शन, देन ओनली यू विल बी अंडरस्टैंडिंग द डेप्थ ऑफ दिस सब्जेक्ट। समझ आ गई? तो दैट इज द क्रोनोलॉजिकली स्ट्रक्चर्ड सीरियल ऑर्डर। सो if they are uncommon, it may become a greater potential for diverse interpretations that some non-narratives and some may seem less suited to the clarity oriented academic setting। अगर less structured होया, अगर less interpretations हुई, तो it will become difficult for you, ताकि तुहानू clarity oriented नहीं रहोगे, clarity नहीं होएगी। वही चीज़ एग्जाम्पल दी, मैं ए छड़ के 14th चैप्टर, फिर कल 9th चैप्टर, फिर 7th चैप्टर, वेयर विल बी द क्लैरिटी? इट विल नॉट बी क्लियर, क्लैरिटी ओरिएंटेड चीज़ नहीं रहेगी। When using narratives in academic setting, an author should be careful to explain the narrative
is relevant and make clear the distinctive interpretations of the meaning. Whenever somebody is narrating something to you, they have to make it clear to you so that the narrative is relevant. पहली गल है relevant हो गई, ਐ नहीं कि ਆਪਾਂ टॉपिक साडा की है इंट्रोडक्शन रीडिंग टेक्स्ट दा, ਤੇ मैं ਤੁਹਾਨੂੰ शुरू हो जा मैथमेटिकल सॉल्यूशंस, दैट विल बी इररेलेवेंट. ठीक है, इररेलेवेंट टॉपिक तो अलग, साडा मैथ्स का टॉपिक नहीं है, C++ का टॉपिक नहीं है, ਜਿਹੜੇ ਬਾਕੀ सब्जेक्ट्स. सो नरेटिव ਜਿਹੜਾ ऑथर हैगा इट शुड बी कि रेलिवेंट होवे. दूसरा इट शुड बी मेक क्लियर एनी डिस्टिंक्टिव इंटरप्रिटेशंस एंड मीनिंग. एनी डिस्टिंक्टिव इंटरप्रिटेशन, जिस तरह मैं एक दो वर्ड्स दसे सी जिन्हें दसिया फॉर, ताकि ਉਹਦੀ इंटरप्रिटेशन हाउ इट इज इंटरप्रिटेड, ਉਹਦਾ मीनिंग की है, मीनिंग की है एंड इट्स मीनिंग एंड इंटरप्रिटेशन आप कितने यूज कर सकते हैं, तो ਉਹਦਾ मीनिंग की है. क्लियर. नेक्स्ट इज ऑब्जेक्टिव्स. नाउ व्हाट आर द ऑब्जेक्टिव्स? सब तो पहली चीज है वन कैन इम्प्रूव योर वोकैबुलरी. सब तो बड़ी गल है, whenever you are doing more and more readings, whenever you are doing more and more work on your thesis, it will improve your vocabulary. जिन्ना तुसी बोलोगे इंग्लिश विच या whatever language you are practicing, whatever language you are reading, so it will improve your vocabulary. When you read a wide array of books, it is uncommon to come across unfamiliar words and phrases. ਜਦੋਂ ਤੁਸੀਂ ਜ਼ਿਆਦਾ ਬੁੱਕਸ ਪੜ੍ਹ ਰਹੇ ਹੋ, ਕਈ ਵਾਰੀ ਅਨਕਾਮਨ ਵਰਡਸ ਐਂਡ ਫਰੇਜ਼ਸ ਨਾਲ ਟਕਰਾ ਜਾਂਦੇ, ਪਤਾ ਨਹੀਂ ਹੁੰਦਾ, ਜਿਸ ਤਰ੍ਹਾਂ ਇੱਕ ਦੋ ਵਰਡਸ ਐ ਸੀਗੇ. ਠੀਕ ਹੈ. Sometimes you can glean enough context from a sentence to understand the meaning. Other times you need to consult the dictionary for clarifications. कई बारी की होता है, you can glean enough text. What is glean enough text? Text पढ़ के तुसी अपने आप understand कर जाओगे. Glean enough. You know it. Sometimes you glean enough the text of a sentence to understand the meaning. तो आपको meaning पहला ही पता होता है. जिस तरह word is sentence. सेंटेंस वर्ड ਨੂੰ ਪੜਿਆ, यू हैव ग्लीन दैट वर्ड, ਤੁਹਾਨੂੰ ਪਤਾ ਇਹਦਾ ਮਤਲਬ ਕੀ ਹੈ. ਸੈਂਟੈਂਸ ਮੀਨਸ ਅ ਸੈਂਟੈਂਸ. ਠੀਕ ਹੈ. ਅਦਰ ਟਾਈਮਸ ਯੂ ਨੀਡ ਟੂ ਕੰਸਲਟ. ਕਈ ਵਾਰੀ ਤੁਸੀਂ ਡਿਕਸ਼ਨਰੀ ਗੂਗਲ ਉਹਦੇ ਵਿੱਚ ਮੀਨਿੰਗ ਸਰਚ ਕਰਦੇ ਹੋ. ਠੀਕ ਹੈ. ਸੋ ਦੈਨ ਯੂ ਨੋ ਇਟ ਫॉर ਕਲੈਰੀਫਿਕੇਸ਼ਨ ਐਂਡ ਦੈਨ ਵਾਟ ਹੈਪਨਸ ਵੈਨ ਯੂ ਆਰ ਕਲੀਅਰਡ ਔਨ दैट ਪਾਰਟ ਯੂ ਕੈਨ ਮੇਕ ਅ ਸੈਂਟੈਂਸ ਫਰਮ योर ओन. ਤੁਹਾਨੂੰ ਗਲੀਨ ਦਾ ਮਤਲਬ ਬਣ ਗਿਆ, ਤੁਸੀਂ ਆਪਣਾ ਇੱਕ ਸੈਂਟੈਂਸ ਬਣਾ ਲਓਗੇ. ਹਾਂ, ਗੁੱਡ. ਠੀਕ ਹੈ. Sometimes, okay, either way you are able to show away the definition in your mind and later use. कई बारी definition ਤੁਹਾਡੇ mind 'ਚ ਹੁੰਦੀ ਹੈ, ਉਹਨੂੰ ਤੁਸੀਂ store ਕਰ ਲਈ, ਕਿਤੇ ਲਿਖ ਲਿਆ for your later use. You can create more and more sentences or you can use it otherwise. Next is having a comprehensive vocabulary serves you well throughout your life. Naturally, if you have a very comprehensive vocabulary, ਤੁਹਾਡੀ vocabulary strong ਹੈ, ਤੁਹਾਡੀ ਪੂਰੀ lifetime 'ਚ vocabulary ਕੰਮ ਆਏਗੀ. How किस तरह काम आएगी? You can use it in anywhere you are working, in where you are studying. कितने भी, if your vocab is strong, it will be used throughout your life. कोई problem नहीं आएगी if your vocab is strong. हाँ जी, weak होवे तो आ जाओ, strong कर देना. It allows you to communicate more effectively with teachers and peers. Now what do you mean by peers? हाँ जी, ਇਹ ਤੁਹਾਡੇ ਨਾ ਜਿਹੜੇ ਪਿਛਲੇ ਵਾਲੇ ਬੱਚੇ ਨੇ, ਪੀਅਰ ਵਰਡ ਪਹਿਲਾਂ ਵੀ ਸੀਗਾ, ਅਪਟਾਈ ਹੋਏਗੀ. ਹਾਂਜੀ, ਪੀਅਰਸ ਮੀਨਸ ਯੂ ਆਲ ਕਲਾਸਮੇਟਸ, ਫਰੈਂਡਸ, ਸਾਥੀ. ਠੀਕ ਹੈ. ਸੋ ਇਟ ਅਲਾਉਜ਼ ਯੂ ਟੂ ਕਮਿਊਨੀਕੇਟ with your teachers as well as your peers. अब peer मतलब पता लग गया, you can create a sentence using this word. It improves your reading and writing skills. Naturally, it will improve when you have a strong vocabulary. If you have a strong vocabulary, what will happen? It will improve your reading and writing skills. It helps you to process information faster. Whatever information you already have, ਜਿਹੜੀ information ਤੁਹਾਡੇ ਕੋਲ ਪਹਿਲਾਂ ਤੋਂ ਹੀ ਹੈਗੀ ਹੈ, ਉਹਨੂੰ ਹੋਰ ਫਾਸਟ ਕਰ ਲੋਗੇ. ਤੁਸੀਂ ਆਪਣੇ ਕੰਟੈਕਸਟ ਨੂੰ ਪੜੋਗੇ, ਤੁਸੀਂ ਆਪਣੀ ਆਪਣੀ ਚੀਜ਼ਾਂ ਨੂੰ ਦੇਖੋਗੇ, ਆਪਣੀ ਬੁੱਕਸ ਨੂੰ ਪੜੋਗੇ, ਬਾਕੀ ਸਬਜੈਕਟਸ ਨੂੰ. ਇਫ ਯੂ ਹੈਵ ਅ ਸਟਰੋਂਗ ਵੋਕੈਬਲਰੀ, ਤੁਹਾਡਾ ਹੋਰ ਨੌਲੇਜ ਵੱਧਦੀ ਜਾਏਗੀ. ਇਟ ਸਪੋਰਟਸ ਯੋਰ ਐਫਰਟਸ ਟੂ ਸਟੇ ਇਨਫੋਰਮਡ ਐਟ ਗਲੋਬਲ ਅਫੇਅਰਸ. ਆਫ ਕੋਰਸ, ਅਗਰ ਤੁਸੀਂ ਗਲੋਬਲੀ ਇੰਟਰੈਕਟ ਕਰ ਰਹੇ ਹੋ, ਅਲੱਗ-ਅਲੱਗ ਨਿਊਜ਼ ਪੜ੍ਹ ਰਹੇ ਹੋ, ਅਲੱਗ-ਅਲੱਗ ਚੀਜ਼ਾਂ ਪੜ੍ਹ ਰਹੇ ਹੋ, ਇਫ ਯੂ ਹੈਵ ਗॉट ਦ ਨੌਲੇਜ, ਯੂ ਵਿਲ ਬੀ ਸਟੇਇੰਗ ਇਨਫੋਰਮਡ ਔਨ ਡਿਫਰੈਂਟ ਥਿੰਗਸ. You can develop a broader prospect. हाँ जी, you can develop a broader prospect. का मतलब, when you mix things up and add a wide selection of titles to your reading list, you can start to see purple places,
sorry, people, places and historical events in a new light. Whenever you mix up your things, for example मैं ਤੁਹਾਨੂੰ ਇੱਕ ਟੌਪਿਕ ਦਿੱਤਾ ਸੀ ਤਾਜ ਮਹਿਲ ਦਾ, ਇੱਕ ਤਾਜ ਮਹਿਲ ਕੋਈ ਹੋਰ 4-5 ਜਗ੍ਹਾ ਦੇ ਟੌਪਿਕਸ ਮਿਲ ਜਾਣ. When you mix up all that information, you can use it effectively, you can communicate it effectively, and you can throw more light on those historical events. ਤੁਸੀਂ ਆਪਣੇ ਵੱਲੋਂ ਰਿਸਰਚ ਕੀਤੀ, ਆਪਣੇ ਵੱਲੋਂ ਫਾਈਂਡਿੰਗਸ ਕੀਤੀਆਂ, ਤਾਂ ਉਹਦੇ ਨਾਲ you will be throwing light, ਮਤਲਬ ਕਿ ਲੋਕਾਂ ਨੂੰ ਹੋਰ ਤੁਸੀਂ ਜਾਗਰੂਕ ਕਰੋਗੇ on that particular event. ਠੀਕ ਹੈ, ਕਿ ਆਪਾਂ ਨੂੰ ਜਿਹੜੀ ਬੁੱਕਸ ਹੁਣ ਤੱਕ ਤੁਸੀਂ ਪੜ੍ਹੀਆਂ ਨੇ ਉਹਦੇ ਰੈਫਰੈਂਸ 'ਚ ਹੈਗੀ when you will be adding up your information, so you will be, what you will be doing, you will be throwing up the light. ਤੁਸੀਂ ਹੋਰ ਲੋਕਾਂ ਨੂੰ ਜਾਗਰੂਕ ਕਰੋਗੇ towards that particular thing. For example, reading a notification non-fiction book about a group of people in another country can foster greater understanding of cultures unlike your own. ਕੀ ਹੁੰਦਾ ਹੈ when you are reading a non-fiction book? What is fiction and what is non-fiction? ਪਿਛਲੀ ਵਾਰੀ ਆਪਣੇ ਕੋਲ ਫਿਕਸ਼ਨ ਵੀ ਸੀਗਾ, ਨॉन ਫਿਕਸ਼ਨ ਵੀ ਸੀਗਾ, ਮੂੰਹ ਥੱਲੇ ਕਰਨ ਦੀ ਲੋੜ ਨਹੀਂ ਹੈਗੀ ਹੈ. As if I can't you see you. ਹਾਂਜੀ, rack your brains. I want an answer. मैम ਜਿਹੜੀ ਪਹਾੜ ਦੇ ਥੱਲੇ ਨੀਚੇ ਬ੍ਰਿਕਸ ਆਉਂਦੀ ਹੈ, ਬ੍ਰਿਕਸ ਜੋ ਆਉਂਦੀ ਹੈ, क्या आंदी है? बच्चे ऊंची बोलो. मैम फिक्शन, फिक्शन. जितने मैम फिजिक्स के लॉ फेल हो जाए. फिक्शन बोला, फ्रिक्शन नहीं बोला. फिक्शन, फिक्शन है नॉन फिक्शन. सो व्हाट्स दैट? हे भगवान. सो कई होती हैं कि हमने सोची हुई है फिक्टिशियस. फिक्शन इज फिक्टिशियस ऑल्सो, कि ये हमने कल्पनाओं पे आधारित. एंड नॉन फिक्शन कि हाँ भाई ये हुआ. ठीक है. सो what you can do, for example, reading a notification about a group of people in another country can foster, okay, for a piece of fiction it is different time periods and allow you to be seen and heard. कई बार की होता है whenever you are narrating something, एक तो हो गया you can foster greater understanding of cultures like your unlike your own. That means कि whenever you are reading a text ਤੁਸੀਂ compare and contrast बहुत जल्दी करते हो. I always do it. कोई situation मैंने दसी गई है कि इस तरह होता है, I will compare it with my own situation and then conclude कि अच्छा इस तरह है, इस तरह है, अगर मैं इस तरह करा तो ऐ हो सकता है. ठीक है ना. So what you can do is, for example, तुसी वो mind च fictitious चीज़ आ गई कि अच्छा पहला मैंने ऐ दस्या गया है, हुण मेरी लाइफ से ऐ चल रहा है, if I do this तो ऐ हो जाए. So you will be comparing and contrasting. Sometimes what you will be doing, different cultures. हुण ਆਪਾਂ ਇੱਧਰ ਦਾ ਕਲਚਰ ਕੁਝ ਹੋਰ ਹੈ ਇਸ ਕੰਟਰੀ ਦਾ, ਬਟ ਇਫ ਯੂ ਸ਼ਿਫਟ ਟੂ ਸਮ ਅਦਰ ਕੰਟਰੀ ਉੱਧਰ ਦਾ ਕਲਚਰ ਕੁਝ ਹੋਰ ਹੈ. ਸੋ ਵਾਟ ਯੂ ਵਿਲ ਬੀ ਡੂਇੰਗ, ਯੂ ਵਿਲ ਬੀ ਕੰਪੇਅਰਿੰਗ ਦੋਜ਼ ਕਲਚਰ ਵਿਦ ਯੋਰ ਓਨ ਕਲਚਰ ਐਂਡ ਫਾਈਂਡਿੰਗ ਆਊਟ ਕਿ ਉਹਦੇ ਨਾਲ ਇਹ ਮੇਰਾ ਵਾਲਾ ਮਿਕਸ ਹੋ ਕੇ ਮੇਰੀ ਲਾਈਫ ਕਿਸ ਡਾਇਰੈਕਸ਼ਨ 'ਚ ਜਾਏਗੀ. ਅੰਡਰਸਟੂਡ? Even a piece of fiction set in a different time period can allow you to see where we have been. So piece of fiction in a different time period, कोई piece of fiction, for example ਆਪਾਂ ਸ਼ਾਹਜਹਾਂ ਵਾਲੀ ਗੱਲ ਕਰ, it is a different time period, कोई ਹੋਰ ही सदी से चल रहा ਸੀਗਾ. ठीक है. period can allow you to see where we have been, कि ਅਸੀਂ ਸਾਰੇ ਉਸ ਸਾਡੀ ਦੇਸ਼ ਦਾ ਹੀ ਇਤਿਹਾਸ ਹੈ ਉਹ, ਕਿ ਸਾਡਾ ਦੇਸ਼ ਦਾ ਇਤਿਹਾਸ ਉਸ ਸਮੇਂ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਸੀ. ਠੀਕ ਹੈ ਨਾ. ਹੁਣ ਜਿਸ ਤਰ੍ਹਾਂ ਸਪੋਜ਼ ਕਰੋ ਆਪਾਂ ਗੁਰੂਆਂ ਦੀ ਗੱਲ ਕਰੀਏ. ਠੀਕ ਹੈ ਨਾ. ਗੁਰੂਆਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ, ਕਿੰਨਾ ਉਹਨਾਂ ਨੇ ਸਿੱਖ ਪੰਥੀ ਨੂੰ ਉਠਾਉਣ ਲਈ ਕੀ ਕੁਝ ਕੀਤਾ, ਤੇ ਆਪਾਂ ਆਪਣੇ ਆਪ ਨੂੰ ਉਸ ਪਲੇਸ ਤੇ ਰੱਖ ਕੇ ਦੇਖਾਂਗੇ ਕਿ ਸਾਡੇ ਪੰਜਾਬ ਦਾ ਇਤਿਹਾਸ ਕਿੰਨਾ ਮਹਾਨ ਹੈ, ਕਿ ਸਾਡੇ ਲਈ ਸਾਡੀ ਅੱਜ ਦੀ ਪੀੜ੍ਹੀਆਂ ਲਈ ਉਹਨਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ. ਠੀਕ ਹੈ. ਸੋ ਵੀ ਵਿਲ ਬੀ ਵਾਟ ਵੀ ਵਿਲ ਬੀ ਡੂਇੰਗ, ਵੀ ਵਿਲ ਬੀ ਟਰੈਵਲਿੰਗ ਇਨ ਟਾਈਮ ਸਪੇਸ. ਆਪਾਂ ਉਸ ਟਾਈਮ 'ਚ ਪੈਦਾ ਨਹੀਂ ਹੋਏ ਸੀ, ਪਰ ਅਸੀਂ ਆਪਣੇ ਆਪ ਨੂੰ ਉੱਧਰ ਇਮੈਜਿਨ ਕਰਕੇ ਟਾਈਮ ਪੀਰੀਅਡ, ਦੈਟ ਇਜ਼ ਨੋਨ ਐਜ਼ ਟਾਈਮ ਪੀਰੀਅਡ, ਆਪਾਂ ਇੱਥੇ ਦੇ ਪਰ ਆਪਾਂ ਉਸ ਟਾਈਮ ਪੀਰੀਅਡ 'ਚ ਟਰੈਵਲ ਕਰ. क्लियर कि नहीं बच्चे? नाउ फिक्शन एड एग्लो, हिस्टोरिकल
ਫਿਕਸ਼ਨ ਉਹੀ ਚੀਜ਼ ਜਿਹੜੀ ਮੈਂ ਕੱਲ ਕਹੀ ਸੀ ਫਿਕਟੀਸ਼ੀਅਸ ਜਿਹੜੀ ਚੀਜ਼ ਹੋਈ ਸੀ ਠੀਕ ਹੈ ਇਹਦੇ ਵਿੱਚ ਕੀ ਆ ਜਾਂਦਾ ਹੈ रियलिस्टिक फिक्शन जो सत्य घटनाओं पे आधारित है एक होता है काल्पनिक एक होता है सत्य ठीक है फैंटेसी फैंटेसी वही चीज जी मैं दसी सी कि काल्पनिक चीज़ों पे आधारित है राजा रानी परियां ठीक है नेक्स्ट इज साइंस फिक्शन साइंटिफिक ठीक है ठीक है ਉਹਦੇ ਬਾਅਦ ਆ ਜਾਂਦਾ ड्रामा ट्रेजेडी रोना धोना कॉमेडी तारक मेहता हाँ आदर ट्रेजेडी रोना धोना आई डोंट नो गॉड नोस बट व्हाट एवर रोना धोना नॉट माई कप ऑफ टी आई डोंट वॉच दैट ठीक है सो व्हाट एवर आई स्टॉप्ड इवन वॉचिंग तारक मेहता नॉट फॉन्ड ऑफ इट एनी मोर नेक्स्ट इज बायोग्राफी किसे बारे जीवनी बायोग्राफी इंफॉर्मेशनल राइटिंग इंफॉर्मेशनल फिजिक्स की राइटिंग ठीक है ऑटोबायोग्राफी मेरी खुद की अपनी कथा आत्मकथा ठीक है परसुएटिव राइटिंग किसी चीज़ के उत्ते परसुएट करना किसी परसुएसिव राइटिंग किसी चीज़ के उत्ते परसुएस करना कि हाँ किसी की डेप्थ के उत्ते तुसी पढ़े हो फेरी टेल राजा रानी परियां लेजेंड हाँ जी लेजेंड जैसे श्री अब्दुल कलाम जी आई एम टॉकिंग अबाउट लेजेंड नॉट अ सिंगर फेबल यहाँ से सुन लिया उधर से सुन लिया कथा बन गई टॉल टेल बड़ी लंबी लंबी बातें और मिथ तो हमारे देश में बहुत है अंधविश्वास अंडरस्टूड नाउ नेक्स्ट इज नॉन फिक्शनल राइटिंग दैट इज ट्रू और फैक्चुअल कोई ਇਹੋ ਜੀ ਰਾਈਟਿੰਗ ਜਿਹੜੀ ਟਰੂ ਹੋਵੇ ਜਿਹਦੇ ਉੱਤੇ ਤੁਸੀਂ ਫੈਕਟਸ ਵੀ ਪਤਾ ਕੀਤੇ ਨੇ ਰਾਈਟਿੰਗ ਦੈਟ ਇਜ਼ ਟਰੂ ਔਰ ਫੈਕਚੁਅਲ ਮੀਨਸ ਫੈਕਟਸ ਜਿੱਥੋਂ ਤੁਸੀਂ ਪਤਾ ਕੀਤੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਹੀ ਤਾਜ ਮਹਿਲ ਦਿੱਤਾ ਉਹ ਫੈਕਟ ਹੈ ਉਹ ਚੀਜ਼ ਹੈਗੀ ਉਹ ਮੋਨੂਮੈਂਟ ਹੈਗਾ ਠੀਕ ਹੈ ਨਾ ਅਗਰ ਮੈਂ ਤੁਹਾਨੂੰ ਕਹੂੰ ਇੱਕ ਲੁਧਿਆਣਾ 'ਚ ਇਹੋ ਜੀ ਬਿਲਡਿੰਗ ਹੈ ਜਿਹੜੀ ਜ਼ਿੰਗ ਜ਼ੋਂਗ ਹੈ ਦੈਟ ਇਜ਼ ਨਾਟ ਅ ਫੈਕਟ ਇਹੋ ਜੀ ਚੀਜ਼ ਹੀ ਨਹੀਂ ਹੈ ਕੋਈ ਉਵੇਂ ਹੁਣ ਮੈਂ ਕਹਾਂ ਕਲੌਕ ਟਾਵਰ ਇਜ਼ देयर दैट इज अ फैक्ट ठीक है सो फैक्चुअल विच इज ट्रू और फैक्चुअल इनफॉर्मेशनल राइटिंग प्रोवाइड्स इनफॉर्मेशन ऑन अ टॉपिक किसी भी टॉपिक के उत्ते तुहानू इनफॉर्मेशन मिली है बायोग्राफी द स्टोरी ऑफ वंस लाइफ टोल्ड बाय अनदर ठीक है जैसे कि फॉर एग्जांपल अब्दुल कलाम जी का तभी मैंने बोला था ना उन्होंने खुद नहीं बोला उनके बारे में अगर मनीषा कोई राइटअप लिखे तो उनकी कथा है जो किसी और ने लिखी है सो दैट इज नोन एज बायोग्राफी ऑटोबायोग्राफी अपनी खुद के बारे में जैसे किसी ने नहीं पढ़ी नेक्स्ट इज हाँ जी आगे आ रहा 10 दिया नेक्स्ट इज जीनियर परसुएसिव राइटिंग अटेम्प्ट्स टू इन्फ्लुएंस द रीडर कोई चीज़ ना किसी को परसुएट करना अटेम्प्ट्स टू इन्फ्लुएंस जिस तरह फॉर एग्जाम्पल इन कुछ बहुत ही वधिया लिखा अब्दुल कलाम जी बारे तो जिन्हें होर बच्चों ने पढ़िया उन्होंने अटेम्प्ट होएगा अरे यार तो बहुत अच्छा लिखा आपां तो इनू तुसी परसुएड होगे तुसी कहोगे आपां ये बुक खरीदनी आपां पढ़िए की लिखा है सो दैट इज परसुएटिव राइटिंग ठीक है नेक्स्ट इज जिनर सम टेक्स्ट में बिलोंग इन मोर देन वन जिनर एक टेक्स्ट एक तो ज्यादा चीज़ों बारे लिखा हो ठीक है फॉर एग्जाम्पल रोमियो एंड जूलियट इज अ ड्रामा ट्रेजेडी एंड एन एलिजाबेथन प्ले जिस तरह शेक्सपीयर ने एक प्ले लिखिया सीगा रोमियो एंड जूलियट लवर्स के उत्ते सीगा ओदे उत्ते ड्रामा भी बन गया वो एक ट्रेजेडी भी है एंड दे बोथ डाई एंड इट इज एन एलिजाबेथन प्ले व्हाट इज एन एलिजाबेथन प्ले उस टाइम च लंडन विच रानी एलिजाबेथ का राज सीगा तो हर एक चीज़ ਨੂੰ एलिजाबेथन एज बोलते सी ਜਦੋਂ क्वीन विक्टोरिया ਦਾ ਰਾਜ ਸੀਗਾ ਉਹਨੂੰ विक्टोरियन एज बोलते ਸੀਗੇ ठीक है जिस तरह ਹੁਣ ਇੱਧਰ ਕਾਂਗਰਸ ਦਾ ਰਾਜ ਹੈ ਤਾਂ ਕਾਂਗਰਸੀ फॉर एग्जाम्पल ठीक है पर बीजेपी ਦਾ ਰਾਜ ਹੈ बीजेपी सो ਉੱਥੇ ਜਦੋਂ एलिजाबेथ क्वीन ਦਾ ਰਾਜ ਸੀਗਾ एलिजाबेथन प्ले क्वीन विक्टोरिया ਦਾ ਰਾਜ ਸੀਗਾ ਤਾਂ विक्टोरियन प्ले नेक्स्ट इज अंडरस्टैंडिंग द जीनियर विल help one know what to expect from the text based on that genre
ਜਦੋਂ ਅਸੀਂ ਉਸ ਚੀਜ਼ ਨੂੰ ਪੜ੍ਹਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਐਕਸਪੈਕਟ ਕਰਨਾ ਹੈ ਫਰੋਮ ਦੈਟ ਟੈਕਸਟ। ਵੈਨਐਵਰ ਯੂ ਆਰ ਰੀਡਿੰਗ ਅ ਟੈਕਸਟ ਇੱਕ ਦੋ ਲਾਈਨਸ ਵਿੱਚ ਕਨਫਿਊਜ਼ਨ ਹੈ, ਜਦੋਂ ਹੌਲੀ ਹੌਲੀ ਪੜ੍ਹਦੇ ਰਹੋਗੇ ਸਲੋਲੀ ਐਂਡ ਸਲੋਲੀ ਯੂ ਵਿਲ ਬੀ ਰੀਡਿੰਗ, ਤੁਹਾਨੂੰ ਕਲੈਰਿਟੀ ਆਪਣੇ ਆਪ ਹੁੰਦੀ ਰਹੇਗੀ। ਅੱਛਾ ਇਹਦੇ ਵਿੱਚ ਇਹ ਹੈ, ਇਹਦੇ ਵਿੱਚ ਹੈ, ਇੱਕ ਵਾਰੀ ਭੁੱਲੋਗੇ ਦੂਜੀ ਵਾਰੀ ਤੀਜੀ ਵਾਰੀ ਤੁਹਾਨੂੰ ਆਉਂਦਾ ਰਹੇਗਾ। ਠੀਕ ਹੈ। ਇਟ ਵਿਲ ਆਲਸੋ ਹੈਲਪ ਟੂ ਨੋਟਿਸ ਵੈਨ ਐਨ ਆਥਰ ਇਜ਼ ਪਲੇਇੰਗ ਵਿਦ ਦ ਐਕਸਪੈਕਟੇਸ਼ਨਸ। ਤੁਹਾਨੂੰ ਇੱਥੇ ਹੀ ਪਤਾ ਲੱਗ ਜਾਂਦਾ ਕਿ ਜਿਹੜਾ ਆਥਰ ਹੈਗਾ ਦੂਸਰੇ ਦੀ ਫੀਲਿੰਗਸ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਉਹਨੂੰ ਮੈਨੀਪੂਲੇਟ ਕਰ ਰਿਹਾ ਹੈ। ਤੁਹਾਡੀ ਐਕਸਪੈਕਟੇਸ਼ਨ ਕੁਝ ਹੋਰ ਹੈ, ਇੱਧਰੋਂ ਤੁਹਾਨੂੰ ਕੁਝ ਹੋਰ ਮਿਲੇ ਤਾਂ ਤੁਹਾਡੀ ਐਕਸਪੈਕਟੇਸ਼ਨਸ ਡੈਸ਼ ਹੋ ਜਾਣਗੀਆਂ, ਤੁਸੀਂ ਮੈਨੀਪੂਲੇਟਿੰਗ ਫੀਲ ਕਰੋਗੇ, ਤੁਸੀਂ ਉਸ ਚੀਜ਼ ਤੋਂ ਹਟਣਾ ਸ਼ੁਰੂ ਕਰ ਹੁੰਦਾ। ਜਿਹੜੀ ਕੇਰਲਾ ਸਟੋਰੀ ਦੇ ਵਿੱਚ ਤੁਸੀਂ ਦੇਖੀ ਸੇਮ ਟੂ ਮੀ, ਮੈਂ ਦੇਖੀ ਸੈਂਡ ਕਰ ਤੋਂ ਦੇਖ ਲਾਂਗੇ ਐਂਡ ਐਨੀਥਿੰਗ ਆਈ ਕੈਨ ਰਿਲੇਟ। ਐਕਚੁਅਲੀ ਮੈਂ ਉਹ ਫੇਕ ਸੀ, ਐਕਚੁਅਲੀ ਦੇ ਵਿੱਚ ਇੱਕ ਹਿੰਦੂ ਲੜਕੀ ਸੀਗੀ ਹਾਂ। ਜਿਹੜੀ ਕਿ ਐਦਾਂ ਕੇਰਲਾ ਦੇ ਵਿੱਚ बता भाई मत बता देख नहीं है भाई What? अभी भाई ਉੱਥੇ ਮੈਂ ਤੁਹਾਡੀ ਠੀਕ ਹੈ यानी बता whatever it is, you can share the link. I'll see it और फिर explain that. Next करिए अपना topic. देखा है पता है Okay, next is drama. Writing that is meant to be acted on a stage, that is a play. Whatever drama या writing ਜਿਹੜੇ ਕਿ play ਦੀ ਤਰ੍ਹਾਂ ਨਾਟਕ ਦੀ ਤਰ੍ਹਾਂ stage ਦੇ ਉੱਤੇ perform ਹੋਣਾ ਹੈ। Comedy has a happy ending. ਤਾਰਕ ਮਹਿਤਾ ਹਰ ਇੱਕ ਐਪੀਸੋਡ ਐਂਡ 'ਚ happy ending ਹੁੰਦੀ ਹੈ। Tragedy ends with sadness and death. Romeo Juliet, ਠੀਕ ਹੈ ਨਾ? She kills herself. She drinks the poison and he kills herself. So that ends with a tragedy. Poetry, writing that is considered with the beauty of the language. ਠੀਕ ਹੈ, ਉਹ ਜੀ ਰਾਈਟਿੰਗ ਜਿਹਦੇ ਵਿੱਚ ਕਿਸੇ ਵੀ ਲੈਂਗੁਏਜ ਦੀ ਬਿਊਟੀ ਦਰਸਾਈ ਹੋਵੇ, ਸੋ ਦੈਟ ਇਜ਼ ਨੋਨ ਐਜ਼ ਪੋਇਟਰੀ। ਨੈਕਸਟ ਇਜ਼ ਨਰੇਟਿਵ ਟੈਕਸਟ। ਇਟ ਇਜ਼ ਵਨ ਆਫ ਦ 13 ਟਾਈਪਸ ਆਫ ਇੰਗਲਿਸ਼ ਟੈਕਸਟ from the narration well as recount text. What is recount? ਬਾਰ-ਬਾਰ ਆਪਾਂ ਕਿਸੇ ਚੀਜ਼ ਨੂੰ recount ਕਰਦੇ ਜਾਈਏ, ਠੀਕ ਹੈ। Antidote script, speed text, that is the definition of narrative text in an imaginative story to entertain people. ਠੀਕ ਹੈ, ਕਈ ਵਾਰੀ imaginative stories ਬਣਾਈ ਹੁੰਦੀ ਹੈ entertain ਕਰਨ ਲਈ। ਹੁਣ ਅਗਰ ਸਿੰਪਲ ਕੋਈ ਪ੍ਰਵਚਨ ਟਾਈਪ ਹੀ ਸਾਰੀ ਸਟੋਰੀ ਹੋਵੇ ਤੁਸੀਂ ਇੰਟਰਸਟ ਨਹੀਂ ਲਓਗੇ। ਜਦ ਤੱਕ ਕੁਝ ਐਂਟਰਟੇਨਮੈਂਟ ਨਹੀਂ ਹੁੰਦੀ ਤੁਹਾਡਾ ਇੰਟਰਸਟ ਜਾਂਦਾ ਰਹੇਗਾ, ਸਲੋਲੀ ਡਿਮਿਨਿਸ਼ ਹੋਏਗਾ ਔਰ ਫਿਰ ਖਤਮ, ਠੀਕ ਹੈ। ਸੋ ਯੂ ਵਿਲ ਰਾਈਟ ਟੂ ਰੀਡ ਦੈਟ ਟਾਈਪ ਆਫ ਟੈਕਸਟ ਜਿਹਦੇ ਵਿੱਚ ਇੰਟਰਸਟਿੰਗ ਵੀ ਹੋਵੇ। ਮੈਮ ਸਪੂਫ ਟੈਕਸਟ ਕਿਸੇ ਚੀਜ਼ ਦੇ ਉੱਤੇ ਆਪਾਂ ਜਦੋਂ ਗਹਿਰਾਈ ਨਾਲ ਆਪਾਂ ਕਿਸੇ ਚੀਜ਼ ਦਾ ਇੱਕ ਸਪੂਫ ਪਕੜਿਆ, ਅੱਛਾ ਇਹ ਹੈਗਾ, ਇਹਦੀ ਹੁਣ ਗਹਿਰਾਈ ਪੜ੍ਹਦੇ, ਕਿਸੇ ਚੀਜ਼ ਦੀ ਹੈਡਿੰਗ ਜੀ ਮਿਲ ਗਈ ਹੁਣ ਉਹਨੂੰ ਪੜ੍ਹਦੇ। Perhaps one needs to know the narrative text in the writing and composition lecture is usually called narrative, which is one of the type of text in literary language. ਜਦੋਂ ਤੁਸੀਂ literally text ਜਿਹਦੇ ਵਿੱਚ ਲੰਬੀ ਸਭ ਕੁਝ narrative ਹੋਏ, detail ਚ ਹੋਵੇ, you will have to read it in detail to understand the concept, then only you will have the clarity. ਜਦ ਤੱਕ ਤੁਸੀਂ narrative text ਨੂੰ detail ਚ ਨਹੀਂ ਪੜ੍ਹੋਗੇ ਤੁਹਾਨੂੰ clarity ਨਹੀਂ ਹੋਏਗੀ। Usually the narrative text contains good stories or fiction. ਕਈ ਵਾਰੀ narrative text ਦੇ ਵਿੱਚ ਬਹੁਤ ਅੱਛੀ stories ਹੁੰਦੀਆਂ ਨੇ, fiction ਹੁੰਦੀਆਂ ਨੇ, ਠੀਕ ਹੈ। Non fiction stories, animal stories, folklore, fairy tales, myth, legend, ਉਹੀ in simple words everything the story is included in narrative text. Simple words 'ਚ ਆਪਾਂ ਇਹੀ ਕਵਾਂਗੇ ਕੋਈ ਵੀ story, ਕੋਈ ਵੀ ਚੀਜ਼ ਜਿਹੜੀ ਤੁਸੀਂ ਪੜ੍ਹ ਰਹੇ ਹੋ, ਜਿਹੜੀ explain in detail ਹੋ, ਜਿਹਦੇ ਵਿੱਚ ਡਰਾਮਾ ਵੀ ਹੋਵੇ, tragedy ਵੀ ਹੋਵੇ, ਜਿਹਦੇ ਵਿੱਚ ਹਸੀ ਮਜ਼ਾਕ ਵੀ ਹੋਵੇ, ਸਭ ਕੁਝ ਹੋਵੇ, ਉਹਦੇ ਵਿੱਚ ਹੀ ਇੰਟਰਸਟ ਤੁਹਾਡਾ ਬਣੇਗਾ ਅੱਗੇ ਪੜ੍ਹਨ ਨੂੰ। ਤੁਹਾਨੂੰ ਅਗਰ ਪੂਰੀ ਉਹਦੇ ਵਿੱਚ ਲੱਗੇਗਾ ਤਾਂ ਪੂਰੀ ਕਥਾ ਹੀ ਹੋ ਰਹੀ, ਯੂ ਵਿਲ ਗੈਟ ਬੋਰਡ। ਨੈਕਸਟ ਇਜ਼ ਪਰਪਸ। ਨਾਓ ਵਾਟ ਇਜ਼ ਦਾ ਪਰਪਸ? ਟੂ ਅਮਿਊਜ਼ ਔਰ ਐਂਟਰਟੇਨ ਦਾ ਰੀਡਰ ਵਿਦ ਅ ਸਟੋਰੀ। ਇਹਦਾ ਪਰਪਸ ਕੀ ਹੁੰਦਾ ਹੈ ਕਿ ਆਪਾਂ ਜਿਹੜਾ ਵੀ ਰੀਡਰ ਹੈਗਾ ਉਹਨੂੰ ਆਪਾਂ ਅਮਿਊਜ਼ ਕਰਨਾ, ਉਹਨੂੰ ਆਪਾਂ ਐਂਟਰਟੇਨ ਕਰਨਾ ਵਿਦ ਆਵਰ ਸਟੋਰੀ। ਨੈਕਸਟ ਇਜ਼ ਫੋਕਲੋਰ, stories handed down through the speech of generation to generation. ਉਹੀ ਮੈਂ ਕਥਾ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਨਰੇਸ਼ਨ ਟੂ ਜਨਰੇਸ਼ਨ ਕੋਈ ਸਟੋਰੀ ਤੁਸੀਂ ਸੁਣਦੇ ਆ ਰਹੇ ਹੋ, ਠੀਕ ਹੈ ਨਾ। ਕੋਈ ਵੀ ਇੱਕ ਲੈ ਲਓ, ਉਹ ਸੀਗੀ ਜਿਹੜੇ ਹਿੰਦੀ 'ਚ ਸੀਗੀ ਪਿਆਸਾ ਕਾਂ ਐਂਡ ਆਲ ਦੈਟ,
ਠੀਕ ਹੈ ਨਾ, ਉਹ ਸਾਡੇ ਬਚਪਨ 'ਚ ਵੀ ਸੀਗੀ, ਤੁਹਾਡੇ 'ਚ ਵੀ ਸੀਗੀ, ਅੱਜ ਦੀ ਡੇਟ 'ਚ ਅੱਗੇ ਵਾਲੇ ਬੱਚਿਆਂ ਦੀ। ਸੋ ਫਰਮ ਜਨਰੇਸ਼ਨ ਟੂ ਜਨਰੇਸ਼ਨ the stories which are being told, that is known as folklore. Next is fairy tale, raja rani pariyan di katha, theek hai. Fairy tale, a story with magic monsters or talking animals, like fiction, fantasy, but a part of oral tradition. Orally ਜਿਹੜੀ ਤੁਸੀਂ ਸੁਣਦੇ ਆ ਰਹੇ ਹੋ, ਇੱਕ था राजा एक थी रानी, परियां गई, परी के राक्षस उठा के ले गया, ये हो गया, किले में बंद हो गया, वो सब कुछ सुनते हो ना, so that is known as fairy tale. Next is fable. Next is fable, a very short story that has a moral or life lessons, usually having talking animals and main characters. ਜਿਹਦੇ ਵਿੱਚ ਜ਼ਿੰਦਗੀ ਦੀ ਵੀ ਤੁਹਾਨੂੰ ਬਚਾਵਾ ਦਿਖਦਾ ਹੈ, ਲਾਈਫ ਲੈਸਨਸ ਤੁਹਾਨੂੰ ਮਿਲਦੇ ਨੇ, ਠੀਕ ਹੈ। ਸੋ ਦੈਟ ਇਜ਼ ਨੋਨ ਐਜ਼ ਫੇਬਲ। ਕੋਈ ਬਹੁਤ ਸ਼ਾਰਟ ਸਟੋਰੀ ਜਿਹਦੇ ਵਿੱਚ ਕੋਈ ਮੋਰਲ ਐਗਜ਼ਾਮਪਲ ਹੋਵੇ, ਠੀਕ ਹੈ। ਮਿਥ has gods and goddesses that often accounts for how something came to being. Myths mostly gods ਦੇ ਉੱਤੇ ਵੀ ਹੁੰਦੇ ਨੇ, goddesses ਦੇ ਉੱਤੇ, ਕਿਸ ਤਰ੍ਹਾਂ ਇਹ ਸ੍ਰਿਸ਼ਟੀ ਦਾ ਸੰਚਾਰ ਹੋਇਆ, ਇਸ ਰੱਬ ਨੇ ਸ੍ਰਿਸ਼ਟੀ ਦਾ ਸੰਚਾਰ ਕੀਤਾ, all that. ਪਰ ਉਹਦੇ ਇਲਾਵਾ ਮਿਥ ਆਪਾਂ ਉਹ ਵੀ ਕਵਾਂਗੇ ਜਿਹਦੇ ਵਿੱਚ ਇਹ ਤੇ ਵਿਸ਼ਵਾਸ ਹੋ ਗਿਆ, ਰੱਬ ਅੰਧ ਵਿਸ਼ਵਾਸ, ਬਿੱਲੀ ਰਸਤਾ ਕੱਟ ਗਈ, ਇਹ ਹੋ ਗਿਆ, ਉਹ ਹੋ ਗਿਆ, रात में झाड़ू भी रात को लगाऊं, ठीक है। मारना। हाँ, पर आई डू द ऑपोजिट, बिल्ली रास्ता काट गई, मैं बिल्ली का रास्ता काट जाऊंगा, ठीक है। कर कितना सीगा, एक बारी होया सीगा, ठीक है। टॉल टेल, स्टोरीज set in wild west and main character strengths, skills or size that have been engraced in the tone or funny. ਕਈ ਇਹੋ ਜਿਹੀ ਜਗ੍ਹਾ ਤੋਂ ਫਨੀ ਸਟੋਰੀਜ਼ ਤੁਸੀਂ ਸੁਣੀ ਹੈ ਜਿਹੜੀ ਇੱਧਰੋਂ ਨਹੀਂ ਹੈਗੀ ਹੈ, ਵਾਈਲਡ ਵੈਸਟ, ਨੈਚੁਰਲੀ ਸਾਊਥ ਅਫਰੀਕਾ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਵਾਈਲਡ ਵੈਸਟ, the main character strength, skill or size have been exaggerated in a tone is funny. बहुत बड़ा राक्षस था, ठीक है, काला सा राक्षस था, हाँ, जैक एंड द बीन स्टॉक वगैरह, ठीक है ना, बहुत बड़ा राक्षस था, वो पेड़ से भी ऊंचा था, वो 4 बच्चों को खा गया, अभी ऑल दैट टाइप ऑफ थिंग्स, ठीक है। Next is definition of recount text. Now, what is recount text? Literally, recount means to tell. Naturally, recount means to tell. Tell again, tell again. So, recount text can be interpreted as text that tells. If we refer to information in school books, recount text is one that tells the reader about one story, action or activity. Its goal is to entertain or inform reader. ठीक है ना, कोई एक स्टोरी, कोई एक चीज़ ਦੇ ਉੱਤੇ ਟੈਲ ਕਰਨਾ, ਬਾਰ-ਬਾਰ ਟੈਲ ਕਰਨਾ, ਕੋਈ ਐਕਸ਼ਨ ਸਟੋਰੀ ਐਕਟੀਵਿਟੀ ਨੂੰ ਬਾਰ-ਬਾਰ ਟੈਲ ਕਰਨਾ। ਸੋ ਉਹਦਾ ਗੋਲ ਕੀ ਹੁੰਦਾ, ਐਂਟਰਟੇਨ ਦ ਰੀਡਰ, ਬਟ ਇਨਸਾਈਡ ਰੀਕਾਊਂਟ ਟੈਕਸਟ देयर इज नो कॉम्प्लिकेशन जस्ट एज नरेटिव ਟੈਕਸਟ। ਇਹਦੇ ਵਿੱਚ ਕੋਈ ਕੌਂਪਲੀਕੇਸ਼ਨਸ ਨਹੀਂ ਹੁੰਦੀਆਂ ਨੇ, ਇਹ ਸਿੰਪਲੀ ਤੁਹਾਨੂੰ ਜਿਹੜੀ ਚੀਜ਼ ਹੈਗੀ ਉਹਨੂੰ ਦੁਬਾਰਾ ਉਸੇ ਤਰ੍ਹਾਂ ਦੱਸਿਆ ਗਿਆ। Now what is the generic structure of recount text? ਸਭ ਤੋਂ ਪਹਿਲੀ ਚੀਜ਼ ਇਹਦੇ ਵਿੱਚ ਸਟਰਕਚਰ ਕਿਹੋ ਜਿਹਾ ਹੁੰਦਾ ਹੈ, orientation, tells who was involved, ਠੀਕ ਹੈ। ਜਿਸ ਤਰ੍ਹਾਂ ਆਪਾਂ ਨੈਰੇਟਿਵ ਦਾ ਦੇਖਿਆ ਕਿ ਉਹਦਾ ਸਟਰਕਚਰ ਕੀ ਸੀਗਾ, ਇਹਦਾ ਕੀ ਹੈਗਾ, ਸਭ ਤੋਂ ਪਹਿਲਾਂ ਇਹਦੀ orientation ਹੁੰਦੀ ਹੈ, that ਇਹਦਾ ਮਤਲਬ ਕੀ ਹੈਗਾ, tells who was involved, what happened, where the event took place and when it happened, ठीक है। just as the cue card of files, क्यों होया, how, when, how it was done, ठीक है। so tells who was involved, कौन involved ਸੀਗਾ ਉਹਦੇ ਵਿੱਚ, what happened, ਕੀ ਹੋਇਆ ਸੀਗਾ series of events ਦੇ ਵਿੱਚ, where the event took place, ਕਿੱਥੇ ਉਹ event ਹੋਇਆ, and when it happened, ਕਦੋਂ ਉਹ ਚੀਜ਼ ਹੋਈ। so that is the orientation. orientation ਆਪਾਂ ਇੱਕ ਹੋਰ ਵੀ ਚੀਜ਼ ਨੂੰ ਵੀ ਕਹਿੰਦੇ, for example you are working in a firm, you are given orientation on the first day, ਤੁਹਾਨੂੰ ਪੂਰਾ introduce ਕੀਤਾ ਜਾਂਦਾ ਹੈ, ਇਹ ਕੀ ਹੈ, ਉਹ ਕੀ ਹੈ, ਇਹ ਕੀ ਹੈ, ਡਿਪਾਰਟਮੈਂਟ ਕੀ ਹੈ, ਉਹ ਕੀ ਹੈ, ਕਿੱਥੇ ਇਹ ਕੰਮ ਹੁੰਦਾ ਹੈ, ਕੀ ਹੈ ਹੁੰਦਾ ਹੈ, ਤੁਹਾਡਾ ਕੀ ਕੰਮ ਨੇ, ਬਾਕੀਆਂ ਦੇ ਕੀ ਕੰਮ ਨੇ। ਓਰੀਐਂਟੇਸ਼ਨ ਆਲਸੋ ਮੀਨਸ ਓਵਰਵਿਊ ਆਫ ਐਨੀਥਿੰਗ ਜਿਹਦੇ ਵਿੱਚ ਤੁਸੀਂ ਆਪਣਾ ਇਨਵੋਲਵਮੈਂਟ ਕਰਨਾ। ਨੈਕਸਟ ਇਜ਼ ਇਵੈਂਟਸ, tells what happened in chronological order, chronological sequence, series of events, ठीक है, फर्स्ट, सेकंड, थर्ड, फोर्थ, 10th, 12th. Reorientation consists of septical closure of events and ending, optical closure of events and ending.
ठीक है एंडिंग किस तरह करनी किस तरह सीरीज ऑफ इवेंट्स होंगे मतलब कि दोबारा तो ਤੁਹਾਨੂੰ ਇੱਕ ਰੀਓਰੀਐਂਟੇਸ਼ਨ ਮਿਲੇ ਕਿ ਪਹਿਲਾਂ ਤਾਂ ਸਾਰਾ ਇੰਟਰੋਡਿਊਸ ਕਰਤਾ ਉਹਦੇ ਬਾਅਦ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਆਪਾਂ ਐਂਡਿੰਗ ਕਰਨੀ ਕਿਸ ਤਰ੍ਹਾਂ ਇਹ ਚੀਜ਼ ਨੂੰ ਕਲੋਜ਼ ਕੰਮ ਸ਼ੁਰੂ ਕੀਤਾ ਖਤਮ ਕਿਵੇਂ ਕਰਨਾ ਉਹ ਵੀ ਤਾਂ ਦੱਸਣਾ ਹੈ ਨਾ ਜਿਵੇਂ ਵੀ ਰਿਟਾਇਰਮੈਂਟ ਦੇ ਟਾਈਮ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਬੰਦਾ ਰਿਟਾਇਰਮੈਂਟ ਹੋ ਗਿਆ ਇੱਕ ਆਂਦੇ ਟਾਈਮ ਦੱਸਿਆ ਜਾਂਦਾ ਸਾਰਿਆਂ ਨੂੰ ਇੱਕ ਜਾਂਦੇ ਟਾਈਮ next is purpose of recount text. Now what is the purpose of this recount text? It's the list that describes past experience by retelling events in order in which what happened. Recounts are written to retell events with the purpose of either informing or entertaining the audience. ਕਈ ਵਾਰੀ retell events ਕਾਹਦੇ ਲਈ ਹੁੰਦੇ ਨੇ ਜਾਂ ਤੇ ਇਨਫੋਰਮੇਸ਼ਨ ਦੇਣੀ ਹੈ ਜਾਂ ਉਹਨਾਂ ਨੂੰ ਐਂਟਰਟੇਨ ਕਰਨਾ ਹੈ ਤਾਂ ਰੀਕਾਊਂਟ ਇਵੈਂਟਸ ਵੀ ਹੁੰਦੇ ਨੇ in short the purpose of recount text is to retell the past experience. Naturally purpose ਕੀ ਹੈਗਾ recount text ਦਾ ਉਹਦਾ purpose ਇਹੀ ਹੈਗਾ ਕਿ ਤੁਸੀਂ ਰੀਕਾਊਂਟ ਕਰੋ ਦੁਬਾਰਾ ਤੋਂ ਦੱਸਿਆ ਜਾਵੇ ਉਹ particular text. Next is language features of recount text. Use the simple past tense ਜਾਂ ਤੇ past tense 'ਚ ਗੱਲ ਹੋਏਗੀ ਜਾਂ past continuous tense 'ਚ past perfect ਕਿਸੇ ਵੀ tense ਦੇ ਵਿੱਚ ਉਹ ਗੱਲ ਹੋ ਸਕਦੀ ਹੈ. Using temporal sequence that is Sunday, Monday, Saturday, Tuesday. Temporal sequence हो गया पहला आप सैटरडे की गल करती फिर मंडे की करती फिर ट्यूसडे सीरियल ऑर्डर नहीं ना होया है ठीक है ਇਹ ਟੈਂਪਰਲ ਹੋ ਗਿਆ ਕਿ ਪਹਿਲਾਂ ਆਪਾਂ ਇੱਕ ਦਿਨ ਦੀ ਗੱਲ ਕੀਤੀ ਫਿਰ ਦੂਸਰੇ ਦੀ ਫਿਰ ਵਿੱਚੋਂ ਤੀਜੇ ਚੌਥੇ ਦਿਨ ਦੀ ਗੱਲ ਚੱਕੀ ਫੋਕਸ ਔਨ ਸਪੈਸੀਫਿਕ ਪਾਰਟਿਸਿਪੈਂਟਸ ਦਾ ਰਾਈਟਰ ਫਿਰ ਫੋਕਸ ਕਰਨਾ ਕਿੰਨੇ ਲਿਖਿਆ ਹੈ ਉਹਦੇ ਉੱਤੇ ਰਾਈਟਰ ਯੂਜ਼ਿੰਗ ਕੰਜੰਕਸ਼ਨ ਸੈਟ ਦੈਟ ਇਜ਼ ਦੈਨ ਬਿਫੋਰ ਆਫਟਰ ਦੈਨ ਇਹ ਚੀਜ਼ ਹੋਈ ਸੀ ਬਿਫੋਰ ਪਹਿਲਾਂ ਹੋਈ ਸੀ ਆਫਟਰ ਬਾਅਦ ਚ ਹੋਈ ਸੀ ਯੂਜ਼ ਐਕਸ਼ਨ ਵਰਬਸ ਵੈਂਟ ਸਟੇਡ ਗਿਆ ਸੀ ਰੁਕਿਆ ਸੀ ਐਕਸ਼ਨ ਵਰਬਸ ਯੂਜ਼ ਕਰਨੇ Next is examples of recount text. Traveling around the world and proceed. Traveling around the world. ਤੁਸੀਂ ਪੜ੍ਹ ਕੇ ਦੇਖ ਲੈਣਾ ਇਹ ਕੀ ਚੀਜ਼ ਹੈਗੀ ਹੈ ਇਹਦੇ ਵਿੱਚ ਹੈਗਾ ਕਿ ਇੱਕ ਸਟੋਰੀ ਦਿੱਤੀ ਗਈ ਹੈ ਕਿ ਦੇਰੀ ਨੇ ਇੱਕ ਜੀ ਆਪਣੇ ਪੂਰੇ ਪੈਸੇ ਜੋੜੇ ਵੋਕੇਸ਼ਨ ਤੇ ਜਾਣ ਲਈ ਫਿਰ ਉਹ ਇੰਡੋਨੇਸ਼ੀਆ ਗਿਆ ਨਿਊਯਾਰਕ ਗਿਆ ਫਿਰ ਉੱਥੇ ਕਿੱਥੇ ਕਿੱਥੇ ਘੁੰਮਿਆ ਇਹ ਸਟੋਰੀ ਹੈ ਤੁਸੀਂ ਆਪ ਪੜ੍ਹ ਕੇ ਦੇਖਣਾ Next is procedure text. Now what is procedure text? Procedure text is a text that explains to how to make use something. Social purpose is to describe how something is completely done through sequence of steps. ਇਹਦੇ ਵਿੱਚ sequence of steps ਦੇ ਨਾਲ ਕਿਹੜੀ ਚੀਜ਼ for example ਕੋਈ ਡਿਸ਼ ਲੈ ਲਓ ਠੀਕ ਹੈ you are baking a cake sequence of steps ਪਹਿਲਾਂ ਇਹ ਕਰੋਗੇ ਫਿਰ ਉਹ ਕਰੋਗੇ ਫਿਰ ਉਹ ਕਰੋਗੇ ਫਿਰ ਉਹ ਕਰੋਗੇ that is sequence of steps. Communicative purpose of this text is to describe how something is made through a sequence of actions of steps. ਇਹਦਾ ਕੀ purpose ਹੈਗਾ ਇਹੀ ਚੀਜ਼ ਦੱਸਣੀ ਕਿ ਕਿਸ ਤਰ੍ਹਾਂ sequence of steps ਬਣਿਆ ਕਿਸ ਚੀਜ਼ ਲਈ ਕੋਈ ਵੀ ਚੀਜ਼ ਬਣਾਉਣ ਲਈ Procedure text is a text that explains or helps to make something. Its social function is to describe something that is completely done through a sequence of steps. Communicative purpose of this text is to describe how something is made in a sequence. पूरी सीक्वेंस ऑर्डर सीरियल ऑर्डर से किस तरह वो चीज़ हुई है ठीक है जिस तरह इट्स स्ट्रक्चर ऑफ द प्रोसीजर इज नेक्स्ट फर्स्ट इज गोल और पर्पस सेकंड इज मटीरियल और टूल्स सब तो पहला गोल होता है ठीक है ना केड़ा गोल है क्यों आप वो चीज़ कर रहे हैं साडा एम की हैगा गोल की हैगा सब तो पहला वो चीज़ फाइंड आउट होती है ਉਹਦੇ ਬਾਅਦ ਸਾਡਾ ਪਰਪਸ ਕੀ ਹੈ ਪਰਪਸ ਗੋਲ ਉਹ ਚੀਜ਼ ਸਭ ਤੋਂ ਪਹਿਲਾਂ ਸੈਕੰਡ ਇਜ਼ ਮਟੀਰੀਅਲ ਔਰ ਟੂਲਸ ਕਿਹੜੇ ਮਟੀਰੀਅਲਸ ਯੂਜ਼ ਹੋ ਰਹੇ ਨੇ ਕਿਹੜੇ ਟੂਲਸ ਯੂਜ਼ ਹੋ ਰਹੇ ਨੇ ਉਹਦੇ ਵਿੱਚ ठीक है third and the last step or method to know the text that we read is procedure and not so simple. You can read the title. If the title is started with how to make and how to use, it can be certainly defined that the test procedure की हैगा तो serial of events ना किस तरह बन रहा है किस तरह हो रहा है how it is used where it is used ठीक है ना so all this is done in a serial or a sequence order. ਇਹੀ ਚੀਜ਼ ਜਿਹੜੀ ਦੱਸੀ ਹੈ ਸਭ ਤੋਂ ਪਹਿਲਾਂ ਕੀ ਹੈਗਾ ਗੋਲ ਹਾਊ ਟੂ ਮੇਕ ਜਿਸ ਤਰ੍ਹਾਂ ਇਹ ਹੁਣ ਪੂਰੀ ਰੈਸਪੀ ਦਿੱਤੀ ਹੋਈ ਹੈ ਉਹੀ ਚੀਜ਼ ਜਿਹੜੀ ਮੈਂ ਪਹਿਲਾਂ ਕੀਤੀ ਸੀ ਤੁਹਾਨੂੰ ਦੱਸਿਆ ਕੇਕ ਠੀਕ ਹੈ ਮਟੀਰੀਅਲ ਇੰਗਰੀਡੀਐਂਟਸ ਸਟੈਪਸ ਪਰਪਸ ਟੂ ਐਕਸਪਲੇਨ ਟੂ ਟੈਲ ਦ ਰੀਡਰ ਹਾਊ ਟੂ ਮੇਕ ਆਪਰੇਟ ਔਰ ਡੂ ਸਮਥਿੰਗ ਇਨ ਅ ਸੀਕੁਐਂਸ ਆਫ ਆਰਡਰ ਕਿਉਂ ਤਾਂ ਕਿ ਦੂਸਰਾ ਜਿਸ ਤਰ੍ਹਾਂ ਤੁਸੀਂ ਰੈਸਪੀ ਦੇਖਦੇ ਹੋ ਕਿਉਂ ਬਣਾਉਂਦੇ ਹੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਹੜੀ ਚੀਜ਼ ਕਿਸ ਤਰ੍ਹਾਂ ਹੋ ਰਹੀ ਹੈ ਕਿਸ ਤਰ੍ਹਾਂ ਬਣ ਰਹੀ ਹੈ
टू एक्सप्लेन स्टेप्स इंस्ट्रक्शन टू मेक और ऑपरेट समथिंग ऑपरेटिंग सिस्टम किस तरह आप ऑपरेट कर रहे हैं किस तरह आप ਉਹਨੂੰ ਚਲਾ ਰਹੇ ਕਿਸ ਤਰ੍ਹਾਂ ਉਹਦਾ ਜਿਸ ਤਰ੍ਹਾਂ ਕੰਪਿਊਟਰ ਦਾ ਹੀ ਹੁੰਦਾ ਮੈਮਰੀ ਕਾਰਡ ਕਿੱਥੇ ਪੈਂਦਾ ਸਲੋਟ ਕਿੱਥੇ ਪੈਂਦਾ ਠੀਕ ਹੈ ਨਾ USB ਡਰਾਈਵ ਕਿੱਥੇ ਪੈਂਦੀ ਹੈ ਸ਼ੁਰੂ ਤੋਂ ਤੁਸੀਂ OS ਯਾਨੀ ਕਿ ਆਪਰੇਟਿੰਗ ਸਿਸਟਮ ਸਿੱਖਦੇ ਹੋ ਫਰੋਮ ਦਾ ਵੈਰੀ ਬਿਗਨਿੰਗ ਜਿਸ ਤਰ੍ਹਾਂ ਬੇਸਿਕ ਤੇ ਕੋਰਸ ਕਰਦੇ ਹੋ ਤੁਸੀਂ ਠੀਕ ਹੈ ਨੈਕਸਟ ਇਜ਼ ਲੈਂਗੁਏਜ ਫੀਚਰ ਔਰ ਪ੍ਰੋਸੀਜਰ ਟੈਕਸਟ ਇਹਦੇ ਵਿੱਚ ਸੀਕੁਐਂਸ ਕਿਸ ਤਰ੍ਹਾਂ ਬਣਦੇ ਨੇ ਤੁਸੀਂ ਕਿਸ ਤਰ੍ਹਾਂ ਯੂਜ਼ ਕਰਨੇ ਨੇ ਸੀਕੁਐਂਸ ਯੂਜ਼ਿੰਗ ਟੈਂਪੋਰਲ ਕੰਜੰਕਸ਼ਨ ਫਰਸਟ ਸੈਕੰਡ ਥਰਡ ਲਾਸਟ ਸੇ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਪਹਿਲਾ ਫਰਸਟ ਫਿਰ ਸੈਕੰਡ ਥਰਡ ਫਿਰ ਲਾਸਟ ਠੀਕ ਹੈ ਉਹਦੇ ਬਾਅਦ ਇਹ ਪੂਰਾ ਦਿੱਤਾ ਹੋਇਆ ਜਿਸ ਤਰ੍ਹਾਂ ਇੰਪੈਰੇਟਿਵ ਸੈਂਟੈਂਸ ਪੁੱਟ ਦ ਨੂਡਲਸ ਔਨ ਦ ਸਟੋਵ ਕੱਟ ਅਨੀਅਨਸ ਠੀਕ ਹੈ ਫਿਰ ਐਡਵਰਬਸ ਯੂਜ਼ ਕਰਨੇ ਨੇ ਡੇਟ ਪਲੇਸ ਟਾਈਮ ਮੈਨਰ एक्यूरेट फॉर एग्जाम्पल 2 मिनट्स 2 आवर्स अगर नूडल्स का प्रोसेस करा तो 2 मिनट्स कोई और चीज़ बना रहे हो कितना टाइम सो ऑल दिस ठीक है नेक्स्ट इज यूजिंग एक्शन वर्ड्स मेक टेक बॉयल कुक एक्शन वर्ब्स ही हो गए मेक द नूडल्स बॉयल द नूडल्स ठीक है ना कुक देम फिर यूजिंग सिंपल प्रेजेंट टेंस में तुसी बना रहे हो ठीक है लग गया पता एक्सप्लेनेशन टेक्स्ट ए की होंदा है ਜਿਹਦੇ ਵਿੱਚ ਰਿਟਨ ਹੁੰਦਾ ਇਨ ਦਾ ਪ੍ਰੈਜ਼ੈਂਟ ਟੈਂਸ ਬਿਫੋਰ ਅਰੇਂਜਡ ਇਨ ਦਾ ਨੰਬਰ ਆਫ ਪੁਆਇੰਟਸ ਠੀਕ ਹੈ ਨਾ ਇਹ ਪੂਰਾ ਪ੍ਰੈਜ਼ੈਂਟ ਟੈਂਸ 'ਚ ਵੀ ਚੱਲ ਰਿਹਾ ਹੁੰਦਾ ਕਿਸ ਤਰ੍ਹਾਂ ਤੁਹਾਡੇ ਨੰਬਰ ਆਫ ਪੁਆਇੰਟਸ ਨੇ ਕਿਸ ਤਰ੍ਹਾਂ ਤੁਸੀਂ ਇੱਕ ਚੀਜ਼ ਨੂੰ ਕਰ ਰਹੇ ਹੋ ਐਕਸਪਲੇਨ ਕਰ ਰਹੇ ਹੋ ਇਹਦੇ ਵਿੱਚ ਕੀ ਇਟ ਇਜ਼ ਟਿਪੀਕਲੀ ਰਿਟਨ ਇਨ ਪ੍ਰੈਜ਼ੈਂਟ ਟੈਂਸ ਵਿਦ ਅ ਫਾਰਮਲ ਟੂ ਦਾ ਪੁਆਇੰਟ ਲੈਂਗੁਏਜ ਇਹਦੇ ਵਿੱਚ ਟੂ ਦਾ ਪੁਆਇੰਟ ਹੁੰਦਾ ਇਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਹੁੰਦਾ ਇਹਦੇ ਵਿੱਚ ਟੂ ਦਾ ਪੁਆਇੰਟ ਤੁਸੀਂ ਕਰ ਰਹੇ ਹੁੰਦੇ ਹੋ and doesn't deviate from the topic ਕਈ ਵਾਰੀ present tense ਜਿਹੜਾ ਤੁਸੀਂ ਕਰ ਰਹੇ ਹੋ deviate ਨਹੀਂ ਹੁੰਦਾ what do you mean by deviate topic ਤੋਂ ਹਟ ਕੇ ਕੁਝ ਹੋਰ so it will not deviate from the topic next is other examples is how a law is made and when we blink or sneeze ਕਈ ਵਾਰੀ ਤੁਹਾਨੂੰ blink ਕਰਦੇ ਹੋ ਅੱਖਾਂ ਝਪਕਦੇ ਹੋ sneeze ਕਰਦੇ ਹੋ ਛਿੱਕ ਮਾਰਦੇ ਹੋ ਠੀਕ ਹੈ ਨਾ ਸੋ ਉਹਦਾ law ਕੀ ਹੈਗਾ gravitational force all that physics ਵਾਲੇ law ਲਟਰਮ ਸ਼ਟਰਮ ਜਿਹੜਾ ਕੁਝ ਵੀ ਹੈਗਾ ਠੀਕ ਹੈ ਨਾ ਉਹ ਸਭ ਕੁਝ ਕਿੱਥੇ ਚੱਲਣਾ ਐਕਸਪਲੇਨੇਸ਼ਨ ਆਫ ਟੈਕਸਟ ਇਜ਼ ਫ੍ਰੀਕੁਐਂਟਲੀ ਇਨਕੋਰਪੋਰੇਟਡ ਵਿਦ ਟੈਕਸਟ ਯੂਜ਼ਡ ਟੂ ਪ੍ਰੋਵਾਈਡ ਇਨਫੋਰਮੇਸ਼ਨ ਵਿਦ ਆਨਸਰਸ ਟੂ ਦ ਕੁਐਸਚਨਸ ਕਈ ਵਾਰੀ ਇਹੋ ਜਿਹੀ ਇਨਫੋਰਮੇਸ਼ਨ ਹੁੰਦੀ ਜਿਹਦੇ ਵਿੱਚ ਤੁਹਾਨੂੰ ਆਨਸਰਸ ਲੱਭਣੇ ਪੈਂਦੇ ਨੇ ਟੂ ਦ ਕੁਐਸਚਨ ਸੋ ਆਲ ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ ਇਨ ਇਟ ਐਕਸਪਲੇਨੇਸ਼ਨ ਡਿਟੇਲ ਐਂਡ ਲੌਜੀਕਲੀ ਡਿਸਕ੍ਰਾਈਬ ਸਟੇजेस ਆਫ ਪ੍ਰੋਸੈਸ ਉਹੀ ਚੀਜ਼ ਹੋ ਗਈ ਜਿਹੜੀ ਪਹਿਲਾਂ ਕੀ ਸੀ ਐਕਸਪਲੇਨੇਸ਼ਨ ਆਫ ਡਿਟੇਲ ਇਨ ਦ ਪ੍ਰੋਸੀਜਰ ਕਿਸ ਤਰ੍ਹਾਂ ਉਹ ਪ੍ਰੋਸੀਜਰ ਹੋਇਆ explain in detail sequence wise structure wise understood I think ਤੁਹਾਡਾ ਇਹ टॉपिक आज ਲਈ ਨਾ ਬਹੁਤ ਹੈ time is done